अस्सलाम वालेकुम जी, आप देख रहे हैं मुजरिम कौन और मैं शोएब अल्ताफ़ हूँ। नाज़रीन इकराम, क्या कोई बाप इतना संगदिल हो सकता है कि अपने ही 4 साला मासूम बच्चे को अगवा करवा ले। खुर्डियांवाला में एक ऐसा ही वाक़या पेश आया जिसमें एक बाप ने अपना मासूम बच्चा ड्रामाई अंदाज में अगवा करवा लिया। क्या हक़ाइक़ हैं, क्यों अगवा किया गया और ड्रॉप सीन कैसे हुआ, ये सब दिखाएंगे हम आपको आज के मुजरिम कौन में। नाज़रीन इकराम, फैसलाबाद में थाना खुर्डियांवाला की हुदूद में एक सफ़ाक शख्स ने अपने ले पालिक बेटे को अगवा का ड्रामा रचाया और उसका मकसद अपनी उस बीवी को ब्लैकमेल करना था जो उसके साथ नहीं रहना चाहती थी, जिसने अदालत में खुला का दावा दायर कर रखा था। पुलिस हरकत में आती है। पुलिस जब इस केस को पूरे तरीके से इन्वेस्टिगेट करती है, तफ्तीश करती है, तो पता चलता है कि ये शख्स अपने ही बेटे को अगवा का ड्रामा रचाकर इल्ज़ाम अपनी उस बीवी पे लगाना चाहता है। मेरे साथ वो मुतासरा खातून मौजूद हैं जिनके ऊपर उसने जिन्हें फ्रेम करने की कोशिश की, जिन पे अगवा का इल्ज़ाम लगाने की कोशिश की। बात करते हैं उनसे। अस्सलाम वालेकुम जी, अपना नाम दस्सिओ जी। ਸਾਹਿਬਾ ਬੀਬੀ ਦੱਸੋ ਕੀ ਵਾਕਿਆ ਬਣਿਆ ਹੈ। ਬੰਦਾ ਇਹ ਤੁਹਾਡੇ ਨਾਲ ਜਦੋਂ ਇਹਦਾ ਨਿਕਾਹ ਹੋਇਆ, ਬੱਚੇ ਇਹਦੀ ਔਲਾਦ ਆਪਣੀ ਕੋਈ ਨਹੀਂ ਨਹੀਂ ਹੈ, ਜੀ। ਭਾਈ ਦਾ ਬੱਚਾ ਲੈ ਕੇ ਇਹਨੇ ਪਾਲਿਆ, ਤੇ ਕੀ ਹੋਇਆ ਫਿਰ? ਜਮਦਾ ਸੀ ਪਾਲਿਆ, ਜਮਦਾ ਲੈ ਕੇ ਅੱਜ ਤਾਂ ਉਹ 5ਵੇਂ ਸਾਲ ਨੂੰ ਲੱਗਾ ਹੋਇਆ ਹੈ। ਇਸ ਤਰ੍ਹਾਂ ਪਾਲਿਆ ਜਿਵੇਂ ਆਪਦੇ ਬੱਚੇ ਪਾਲੇ ਦੇ। ਭਾਈ ਦਾ ਬੱਚਾ ਇਮਰਾਨ ਦਾ ਬੇਟਾ ਹੈ। ਮੈਂ ਜੀ ਪਾਲਿਆ 9ਵੇਂ ਮਹੀਨੇ ਦੀ 5 ਤਰੀਕ ਦੇ ਨਾਲ ਮੇਰੇ ਨਾਲ ਲੜਾਈ ਝਗੜਾ ਕੀਤਾ ਸੋ ਮੈਨੂੰ ਮਾਰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਮੈਨੂੰ ਆਖ ਉਸ ਕੱਪੜੇ ਆਪਦੇ ਚੁੱਕ ਲੈ ਛਾਪਰ। ਮੈਂ ਚੁੱਕਣ ਲੱਗੀ ਹਾਂ ਤੇ ਮੇਰੇ ਕੋਲ ਛਾਪਰ ਖੋ ਲਿਆ ਸਰ। ਮੈਂ ਆਖਿਆ ਜਵੇਦ ਮੈਨੂੰ ਮੋਬਾਈਲ ਦੇ ਚਾ, ਮੇਰੀ ਧੀ ਦੀ ਤਨਖਾਹ ਹੈ, ਗੁੰਗੀ ਬੈਰੀ ਮੇਰੀ ਬੇਟੀ ਹੈ, ਉਹਦੀ ਤਨਖਾਹ ਹੀ। ਮੈਂ ਆਖਿਆ ਜੇ ਦਿਆ ਮੈਨੂੰ ਪੈਸੇ ਦੇ ਚਾ ਤੇ ਮੋਬਾਈਲ। ਉਸ ਆਖਿਆ ਕੋਈ ਸ਼ੈ ਨਹੀਂ, ਧੱਕੇ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ। ਮੈਂ ਉਹਦੇ ਚਾਚੇ ਦੇ ਘਰ ਚਲੀ ਗਈਆਂ, ਕਾਲੇ ਕੇ ਘਰ। ਉਹਦੀ ਬੇਟੀ ਸਹਿਮਾ ਮੈਨੂੰ ਮਿਲੀ ਏ। ਉਸ ਆਖਿਆ ਹੈਗਾ ਅੱਜ। ਮੈਂ ਆਖਿਆ ਸਹਿਮਾ ਕਿੱਥੇ ਗਿਆ ਤੇਰਾ ਅਬੂ? ਉਸ ਆਖਿਆ ਜੀ ਉਹ ਮੰਜ ਕੇ ਚੱਕ ਗਿਆ ਹੈ। ਮੈਂ ਕਿਹਾ ਬੇਟਾ ਇੰਜ ਇੰਜ ਨਾ ਮੈਂ ਚਾਚੇ ਕਾਲੇ ਲੈ ਆਈ ਅੱਜ ਜਿੱਦੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਮੈਂ ਹੁਣ ਕਿਤੇ ਜਾਵਾਂ। ਉਸ ਆਖਿਆ ਤੂੰ ਬਹਿ ਜਾ ਤੇ ਅੱਬੂ ਆ ਜਾਂਦਾ ਗੱਲ ਕਰ ਲੈ। ਮੈਂ ਕਿਹਾ ਨਹੀਂ ਮੇਰੀ ਧੀ। ਉਸ ਆਖਿਆ ਘਰੋਂ ਬਾਹਰ ਨਿਕਲ, ਮੈਨੂੰ ਕਿਹੜੀ ਜ਼ਰੂਰਤ ਹੈ ਤੁਹਾਡੇ ਕੋਲ ਬਮਣ ਦੀ। ਮੈਂ ਆ ਗਈ ਪੈਦਲ ਟੁਰ ਕੇ ਨੂਰਪੁਰੇ ਮੱਲੇ ਚ ਆਈਆਂ ਸੀਗਾ। ਸਟਾਪ ਵੱਲੋਂ ਪੈਦਲ ਟੁਰ ਕੇ ਨੂਰਪੁਰੇ ਮੱਲੇ ਚ ਆਈਆਂ ਪੈਦਲ, ਪੈਸੇ ਤੋਂ ਬਗੈਰ ਜੀ। 9ਵੇਂ ਮਹੀਨੇ ਦੀ 5 ਤਰੀਕ ਦਾ ਮੈਨੂੰ ਉਸ ਘਰੋਂ ਬਾਹਰ ਕੱਢ ਦਿੱਤਾ ਹੈ ਜੀ। ਜੇ ਪਹਿਲੇ ਮੈਂ ਉਹਦੇ ਹਰਕਤਾਂ ਵੇਖੀਆਂ, ਲੋਕਾਂ ਦੀਆਂ ਬੱਚੀਆਂ ਨੂੰ ਲੋਕਾਂ ਦੇ ਉੱਤੇ ਪਰਚੇ ਕਰਾਂਦਾ, ਪਲਾਟ ਕਬਜ਼ੇ ਕਰਦਾ ਹੈ, ਇਹ ਉਹਦਾ ਧੰਦਾ ਹੈ ਜੀ। ਜਦੋਂ ਮੈਨੂੰ ਉੱਥੇ ਪਿੰਡ 'ਚ ਪਤਾ ਚੱਲਿਆ ਜੇ ਮੈਂ ਉਹਨੂੰ ਰੋਕਦੀ ਆ, ਜਵੇਦ ਤੇਰਾ ਕੀ ਕਾਰੋਬਾਰ, ਨਾ ਤੂੰ ਰਾਤੀ ਘਰ ਆਉਣਾ ਨਾ ਤੂੰ ਦੇ ਆ। ਉਹ ਚੁੱਪ ਕਰ ਜੇ। ਸਮਾਣੀਆਂ ਨੂੰ ਵੀ ਕੋਈ ਬੁੱਢੀਆਂ ਨੂੰ ਵੀ ਗੱਲਾਂ ਹਰ ਗੱਲ ਦੱਸਣੀ ਚਾਹੀਦੀ ਹੈ। ਮੈਂ ਆਖਾਂ ਚਾਹੀਦੀ ਆ ਤੇਰਾ ਕੀ ਕਾਰੋਬਾਰ ਹੈ? ਉਹ ਆਖੇ ਚੁੱਪ ਕਰ ਜਾ, ਚੁੱਪ ਕਰ। ਮੈਂ ਟੁੱਕੀ ਰੋਟੀ ਦੀ ਵੰਜਾਰੀ ਆਈ, ਰੋਟੀ ਖਾ ਲੈਣੀ, ਨਾ ਚੱਜ ਦੀ ਰੋਟੀ, ਨਾ ਕੋਈ ਕਪੜਾ, ਨਾ ਜੁੱਤੀ। ਸ਼ੁਕਰ ਅਦਾ ਕਰ ਲਿਆ ਮੇਰੀ ਬੱਚੀ ਦੀ 30,000 ਕੋਠੀ ਤੇ ਕੰਮ ਕਰਦੀ ਹੈ, ਜਿੰਦੀ ਨੌਕਰੀ ਖੁਦ ਲੈ ਕੇ ਖਾਂਦਾ। 435 ਸਾਡਾ ਪਿੰਡ ਹੈ, ਉੱਥੇ ਚੈੱਕ ਕਰ ਸਕਦੇ ਹੋ। ਇਸ ਤੋਂ ਪਹਿਲੇ ਮੈਂ ਉੱਥੇ ਡੰਗਰ ਮਜ਼ਦੂਰੀ, ਅਸੀਂ 4 ਮਾਂ ਪੁੱਤਰ ਕੰਮ ਕਰਦੇ ਆਏ ਤੇ ਫੈਸਲਾਬਾਦ ਪੈਸੇ ਹੁੰਦੇ ਮੈਂ ਖਰਾਬ ਨਹੀਂ ਕਰਦੀ। ਮੈਂ ਡੰਗਰ ਕੱਟੀ ਵੱਛੀ ਲੈ ਕੇ ਨਾ ਉੱਥੇ ਸੀਰ ਤੇ ਦੇ ਛੱਡਦੀ ਹੈ। ਇਹਦੇ ਨਾਲ ਜੀ ਮੈਂ ਅੱਜ ਤੋਂ ਵੇਲੇ ਕੋ 9 ਸਾਲ ਹੋ ਗਏ ਨਿਕਾਹ ਕੀਤੇ ਨੂੰ। ਇਹ ਜੀ ਮੇਰੇ ਉੱਥੋਂ ਡੰਗਰ ਲਿਆ ਕੇ ਵੇਚੇ ਖਾਦੇ, ਮੇਰਾ ਪਲਾਟ, ਮੇਰਾ ਜ਼ੇਵਰ, ਮੇਰੀ ਨੂੰਹ ਦਾ ਜ਼ੇਵਰ ਇਸ ਜੀ 10 ਦਿਨਾਂ ਤੱਕ ਲਿਆ 2.5 ਤੋਲਾ ਸੋਨਾ ਜੀ। ਤੁਹਾਨੂੰ ਇਸ ਸਾਰੇ ਟਾਈਮ 'ਚ ਪਤਾ ਹੀ ਨਹੀਂ ਲੱਗਾ ਵੀ ਇਸ ਬੰਦੇ ਦਾ ਕੰਮ ਹੀ ਸਿਰਫ ਠੱਗੀ ਮਾਰਨਾ, ਲੋਕਾਂ ਨੂੰ ਲੁੱਟਣਾ? ਨਹੀਂ, ਮੈਂ ਗੱਲ ਕਰਦੀ ਆਈ। ਮੈਨੂੰ ਇਹ ਨਾ ਬੇਟਾ ਪਤਾ ਚੱਲਦਾ ਇਹਦਾ ਬਾਹਰ ਕਾਰੋਬਾਰ ਕੀ। ਜੇ ਮੈਨੂੰ ਕਿਸੇ ਗੱਲ ਦਾ ਪਤਾ ਲੱਗਦਾ ਨਾ ਤੇ ਉਵੇਂ ਹੀ ਘਰ ਆ ਕੇ ਲੜਾਈ ਸ਼ੁਰੂ ਕਰ ਦਿੰਦਾ। ਜਦੋਂ ਤੁਹਾਨੂੰ ਪਤਾ ਲੱਗਾ ਤੇ ਫਿਰ ਤੁਸੀਂ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ? ਮੈਂ ਨਹੀਂ ਰਹਿਣਾ। ਮੈਂ ਜੀ ਘਰ ਇੱਥੇ ਆ ਗਈ ਫੈਸਲਾਬਾਦ ਜੀ। ਉਹ ਸਿੰਜ ਕੀਤਾ ਜੀ 2 ਨੰਬਰ ਜਨਾਨੀ ਲੈ ਕੇ ਮੇਰੇ ਪੁੱਤਰ ਦੇ ਨੰਬਰ ਦੇ ਕੇ ਉਸ ਜਨਾਨੀ ਨੂੰ ਮੋਬਾਈਲ ਨਵਾਂ ਲੈ ਕੇ ਦੇ ਕੇ ਜੀ ਇਸ ਮੁੰਡੇ ਨਾਲ ਨੰਬਰ ਤੇ ਉਹਦੇ ਨਾਲ ਗੱਲ ਕਰਨੀ ਹੈ। ਉਹ ਗੱਲਾਂ ਰਿਕਾਰਡ ਮੁੰਡੇ ਜੂ ਆਣ ਗੱਲਾਂ ਰਿਕਾਰਡ ਕਰਦੇ ਰਹਿਣ ਤੇ ਮੁੜ ਜੀ ਉਹਦੇ ਨਾਲ ਅੱਲਾ ਸੋਹਣੇ ਨੂੰ ਪਤਾ ਹੈ ਉਹ ਬੁੱਢੀ ਉਹਨੂੰ ਮਿਲੀ ਹੈ ਨਹੀਂ ਮਿਲੀ ਹੈ। ਜਦੋਂ ਸਦਰ ਥਾਣੇ 'ਚ ਮੇਰੇ ਬੱਚੇ ਤੇ ਪਰਚਾ ਕਰਵਾ ਲਿਆ, ਪਕੜਾ ਲਿਆ, ਬੁੱਢੀ ਕੁਰਾਨ ਪਾਕ ਨਾਲ ਲਈ ਗਈ, SHO ਦੇ ਸਾਹਿਬ ਪੇਸ਼ ਕੀਤਾ, ਉੱਥੇ ਮੇਰਾ ਪੁੱਤਰ गिरफ्तार हो गया जी। मैं असी जी घर आ गया है, पूरे इशारियां च मैं बंदे भी लियाते हुए 435 पिंड है साडा जी। उत्थों मैं बंदे लियाते, साडे बंदे चुप करके चले गए जी। बच्चा जो गिरफ्तार हो गया, लै जी मेरे बच्चे दे पीछे जावे थाने हवालाट है ढुके को, आखे अली रजा तू मां नाल सुलह करा,
ਮੈਂ ਉਸ ਮੁਦੈਣ ਦੀ ਨਾ ਮਿਹਨਤ ਤਰਲਾ ਕਰ ਲਈ ਸਾਂ ਤੇ ਮੈਂ ਤੈਨੂੰ ਬਾਹਰ ਕਢਾ ਲਈ ਸਾਂ। ਮੈਂ ਥਾਣੇ ਜਾਣਾ ਆਪਦੇ ਬੇਟੇ ਕੋਲ, ਉਸ ਆਖਣਾ ਅੰਮੀ ਚਾਚੂ ਨਾਲ ਸੁਲ੍ਹਾ ਕਰ, ਅੰਮੀ ਆ ਚਾਚੂ ਮੈਨੂੰ ਗੱਲ ਕਰਦਾ ਹੈ, ਮੈਂ ਤੇ ਉਹਨਾਂ ਮਰਾਗਤ ਨਹੀਂ ਇੰਜ ਕਰ ਛੱਡਣੇ। ਮੈਂ ਕਿ ਮੇਰਾ ਪਹਿਲੇ ਵੀ ਤੁਹਾਡੇ ਬੇਟੇ ਨੂੰ ਝੂਠੇ ਕੇਸ 'ਚ ਫਸਾ ਕੇ ਤੇ ਤੁਹਾਨੂੰ ਹੀ ਬਲੈਕਮੇਲ ਸੁਲ੍ਹਾ ਕਰਨ ਵਾਸਤੇ ਪ੍ਰੈਸ਼ਰ ਪਵਾ ਰਿਹਾ ਹੈ। ਸੁਲ੍ਹਾ ਕਰਾ ਕਰ ਲਈ, ਉਹ ਮੇਰੇ ਬੇਟੇ ਨੂੰ ਨਾ ਫਸਾ ਕੇ ਮੈਂ ਸੁਲ੍ਹਾ ਕਰ ਲਈ। ਇਹ ਉਹਦਾ ਕਾਰੋਬਾਰ ਆ। ਫਿਰ ਜੀ ਮੇਰੇ ਬੱਚੇ ਨੂੰ ਛਡਵਾਇਆ ਮੁਦੈਣ ਤੋਂ ਜੀ ਕੋਲੋਂ 4 ਲੱਖ ਰੁਪਈਆ ਲਾ ਕੇ ਉਸ ਮੁਦੈਣ ਨੂੰ ਪੈਸੇ ਦਿੱਤੇ ਕਿ ਬੱਜੋ ਬਜਾਈ ਤੇ ਵੀ ਲਾਏ। ਕੋਲੋਂ 4 ਲੱਖ ਰੁਪਈਆ ਲਾ ਕੇ ਮੇਰੇ ਬੱਚਿਆਂ ਦਾ ਪਹਿਲਾ ਅੱਬੂ ਬਾਹਰਲੇ ਮੁਲਕ ਰਹਿੰਦਾ ਹੈ, ਬਾਹਰ ਕਿਸੇ ਮੁਲਕ 'ਚ ਰਹਿੰਦਾ ਹੈ, ਉੱਥੇ ਮਜ਼ਦੂਰੀ ਕਰਦਾ ਹੈਗਾ। ਇਹ ਜਦੋਂ ਹੁਣ ਇਹ 4 ਸਾਲ ਵਾਲਾ ਬੱਚਾ ਅਗਵਾ ਕੀਤਾ ਉਦੋਂ ਕੀ ਹੋਇਆ? ਉਦੋਂ ਜਿੰਨਾ ਮੇਰੇ ਨਾਲ ਲੜਾਈ ਝਗੜਾ ਕੀਤਾ ਐ। ਮੈਂ ਗੱਲ ਕੀਤੀ ਜੇ ਜਵੇਦ ਤੂੰ ਕਿਤੇ ਜਾਣਾ ਤੇ ਕਿਤੇ ਆਉਣਾ, ਹੋ ਸਕੇ ਤੈਨੂੰ ਹਰ ਡਿਟੇਲ ਦੱਸਣੀ ਚਾਹੀਦੀ ਹੈ। ਕੰਮ ਨਾਲ ਕੰਮ ਰੱਖਿਆ ਕਰ, ਆਪਦਾ ਘਰ ਦਾ ਮਾਮਲੇ ਤੱਕ। ਉਹ ਜੀ ਧੱਕੇ ਮਾਰ ਕੇ ਜੀ ਮੈਨੂੰ ਬਾਹਰ, ਮੈਂ ਕਿ ਜਿਹਦਾ ਮੈਂ ਘਰ ਨਹੀਂ ਜਾਂਦੀ, ਮੇਰਾ ਬੇਟਾ ਹੈ ਮੇਰਾ ਘਰ। ਹੋ ਸਕੇ ਨਾ ਤੇਰਾ ਘਰ ਹੈ ਨਾ ਤੇਰਾ ਬੇਟਾ, ਬਾਹਰ ਹੋ। ਛਾਪਰ ਚੌਕ ਕੱਪੜਿਆਂ ਵਾਲਾ ਮੈਂ ਚੁੱਕਣ ਲੱਗੀ, ਮੇਰੇ ਕੋਲ ਖੋ ਲਿਆ ਸੀ। ਮੈਂ ਕਿਹਾ ਚਲੋ ਸ਼ੁਕਰ ਅਦਾ ਕੀਤਾ। ਉੱਥੋਂ ਪੈਦਲ ਮੈਂ ਟੁਰ ਕੇ ਜੀ ਇੱਥੇ ਨੂਰ ਤੁਸੀਂ ਵਾਪਸ ਆ ਗਏ, ਆ ਕੇ ਤੁਸੀਂ ਫਿਰ ਅਦਾਲਤ 'ਚ ਦਾਵਾ ਦਾਇਰ ਕਰ? ਆਪਦੀ ਭੈਣ ਦੇ ਘਰ 2 ਮਹੀਨੇ ਰਹੀਆਂ, 9ਵਾਂ ਵੀ ਤੇ 10ਵਾਂ ਵੀ। ਹੁਣ ਮੈਂ ਜੀ 11ਵੇਂ ਮਹੀਨੇ ਦੀ ਕਿ 12ਵੇਂ ਮਹੀਨੇ ਦੀ ਦਾਵਾ ਦਾਇਰ ਕਰ ਛੱਡਿਆ। 12 ਤਰੀਕ ਆਈ 10ਵੇਂ ਮਹੀਨੇ ਦੇ 10 ਤਰੀਕ ਨੂੰ ਉਸ ਦੀ ਪਲੇਨ ਇਹ ਚੱਕੀਤੀ ਜਿਹਨੂੰ 18 ਲੱਖ ਦਾ ਉਹਦੇ ਲਈ ਇਤਲਾ ਆ ਗਈ ਹੈ। ਜੇ ਇਤਲਾ ਆਈ ਹੈ ਤੇ ਉਹ ਜੀ ਪਲੇਨ ਇਸ ਬੱਚੇ ਦੀ ਪਾ ਲਈ, ਭਤੀਜਾ ਉਸ ਲਿਆ ਪਾਲਿਆ ਮੈਂ ਆ। ਬੱਚੇ ਜੀ ਜੁਮੇ ਵਾਲੇ ਦਿਨ ਦਾ ਉਸ ਵਾਕਿਆ ਬਣਾ ਲਿਆ ਜੀ। ਮੈਂ ਜੁਮੇ ਵਾਲੇ ਦਿਨ ਕੋਠੀ ਤੇ, ਸ਼ਾਮ ਦੀਆਂ ਜ਼ਾਨਾਂ ਮੈਨੂੰ ਕੋਠੀ ਤੇ ਆਈਆਂ ਤੇ ਸ਼ਾਮ 9-10 ਵਜੇ ਵੀ ਪੁਲਿਸ ਆ ਗਈ। ਚੌਕੀ ਇੰਚਾਰਜ ਮੱਕੂਆਣੇ ਦਾ, ਉਹਦੇ ਨਾਂ ਕੀ ਆ ਅਹਿਮਦ ਦੇ ਨਾਂ। ਮੈਂ ਭੈਣ ਆਪਦੀ ਦੇ ਘਰ ਆਈ, ਉੱਥੇ ਉਹ ਪੁਲਿਸ ਸਮੇਤ ਗਿਆ ਹੈ। ਅਸੀਂ ਲਾਟਾਂ ਮਾਰਦਾ, ਹੁਣ ਬੱਚਾ ਇਹ ਤਾਂ ਨਹੀਂ ਜਿਸ ਥੱਲੇ ਬਿਸਤਰਿਆਂ ਦੇ ਦਬਾਣਾ, ਘਰ ਪੂਰੀ ਦੇ ਵਿੱਚ ਪੁਲਿਸ ਤੋਂ ਬਗੈਰ ਨਾਲ ਆ, ਪੁਲਿਸ ਦੇ ਨਾਲ। ਉਹ ਜੀ ਸਾਰੇ ਬਿਸਤਰੇ ਸਾਰੇ ਕਮਰੇ ਲਾਟਾਂ ਮਾਰ ਕੇ ਜਵੇਦ ਚੈੱਕ ਕੀਤੀਆਂ। ਤੁਹਾਡੇ ਵਹਿਮ 'ਚ ਵੀ ਨਹੀਂ ਹੈ ਵੀ ਇਹ ਕੰਮ ਹੋ? ਨਾ ਮੈਂ ਬੁੱਧ ਨੂੰ ਗਈ, ਉੱਥੇ ਮੇਰੀ ਫੁੱਫੀ ਦਾ ਖਤਮ ਆ ਪਿੰਡ ਲੱਖਵਾਣੇ ਦਿਨ ਨਾ, ਬੁੱਧ ਨੂੰ ਉੱਥੇ ਗਈਆਂ। ਉੱਥੇ ਮੈਂ ਬੱਚੀ ਦਾ ਆਪਦੀ ਦਾ ਦਿੱਤਾ ਹੋਇਆ ਸਮਾਨ ਪਾਉਣੇ ਸਿਰਾਣੇ ਕਢਾਈ ਵਾਸਤੇ। ਜਿਸ ਵੇਲੇ ਉੱਥੇ ਮੈਂ ਗਈ ਹਾਂ ਨਾ, ਬੁੱਧ ਨੂੰ ਗਈਆਂ ਜੁਮੇ ਵਾਲੇ ਦੇ ਉਸ ਜੋ ਵਾਕਿਆ ਸ਼ੁਰੂ ਕਰ ਦਿੱਤਾ। ਉਹਦੇ ਲਈ ਇਤਲਾਹ ਆਈ ਹੈ ਨਾ, ਉਹਦੇ ਇਹ ਬੱਚੇ ਦੇ ਅਗਵਾ ਦੀ ਜਦੋਂ ਆਈ ਆ ਤਾਂ ਪੁਲਿਸ ਤੁਹਾਡੇ ਕੋਲ ਆ ਗਈ, ਰੇਡ ਕੀਤਾ, ਉਤੋਂ ਕੁਛ ਹੈ ਨਹੀਂ ਲੱਭੀ। ਕੋਈ ਚੀਜ਼ ਨਾ ਫਿਰ ਇੱਕ ਵਾਰੀ 9-10 ਵਜੇ ਆ ਗਈ ਪੁਲਿਸ, ਤਲਾਸ਼ੀਆਂ ਲਈਆਂ, ਬੱਚਾ ਨਹੀਂ ਲੱਭਿਆ। ਫਿਰ ਜੀ ਉਹ ਨਾਲ ਦੋਵੇਂ ਭਾਈ ਇਮਰਾਨ ਵੀ ਜਵੇਦ ਵੀ, ਐਸ ਭਾਈ ਉਮਰ ਜਾਂ ਤੇ ਮੇਰਾ ਭਾਈ ਬਣਿਆ ਹੋਇਆ। ਪਹਿਲੇ ਸਭ ਤੋਂ ਪਹਿਲੇ ਇਹਦੇ ਲਈ ਲੈ ਕੇ ਜਾਂਦਾ ਹੈ ਪੁਲਿਸ, ਮੋੜ ਅੱਟ ਕੇ ਮੇਰੀ ਭੈਣ ਦੇ ਘਰ ਲੈ ਕੇ ਗਿਆ 2 ਨੰਬਰ ਗਲੀ ਦੇ ਵਿੱਚ। ਮੇਰਾ ਘਰ ਇਸੇ ਮੇਨ ਬਾਜ਼ਾਰ ਦੇ। ਤੁਹਾਡੇ ਸਾਰੇ ਭੈਣਾਂ ਭਰਾਵਾਂ ਨੂੰ ਵੀ ਉਹਨੇ ਤੰਗ ਕਰਨ ਦੀ ਕੋਸ਼ਿਸ਼ ਤੰਗ ਕੀਤਾ। ਜਿਹੜਾ ਮੇਰੇ ਭੈਣਾਂ ਭਾਈ ਬਣਦੇ ਨੇ ਉਹਨਾਂ ਨੂੰ ਬਲੈਕਮੇਲ ਕਰਦਾ ਹੈ ਤੇ ਖਰਾਬ ਕਰਦਾ ਹੈ। ਤੁਹਾਨੂੰ ਫਿਰ ਕਿੱਦਾਂ ਪਤਾ ਲੱਗਾ ਕਿ ਜੀ ਪੁਲਿਸ ਨੇ ਅਸਲੀ ਜਿਹੜਾ ਲੱਭ ਲਿਆ ਸ਼ਰੀਫ, ਜਿਹੜਾ ਉਹਦੀ ਬੁੱਢੀ ਨੂੰ ਝੰਗੋਂ ਜਾ ਕੇ ਬੱਚਾ ਫੜ ਲਿਆ? ਇਹ ਤੁਹਾਨੂੰ ਕਿੱਦਾਂ ਥਾਣੇ 'ਚ ਪਤਾ ਚੱਲਿਆ, ਥਾਣੇ ਪਤਾ? ਥਾਣਿਓਂ ਪਤਾ ਚੱਲਿਆ। ਹੁਣ ਤੁਹਾਡਾ ਇਸ ਕੇਸ 'ਚੋਂ ਕਲੀਅਰ ਹੋ ਗਿਆ? ਹਾਂਜੀ ਕਲੀਅਰ ਹੋ ਗਿਆ। ਹੁਣ ਤੁਸੀਂ ਕੀ ਕਹਿੰਦੇ ਹੋ, ਇਦਾਂ ਦਾ ਬੰਦਾ ਜਿਹੜਾ ਫਰਾਡੀ ਹੈ, ਨੌਸਰਬਾਜ਼ ਦੇ ਲੋਕਾਂ ਨੂੰ ਫਸਾਉਣ ਵਾਲਾ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ? ਮਿਲਣੀ ਚਾਹੀਦੀ ਹੈ। ਲੋਕਾਂ ਦੀਆਂ ਧੀਆਂ ਨਾਲ ਬੁਰੇ ਤੇ ਕਰਕੇ ਲੋਕਾਂ ਤੇ ਪਰਚੇ ਕਰਾਂਦਾ ਹੈ, ਉਹਨਾਂ ਕੋਲੋਂ ਪੈਸੇ ਲੈ ਕੇ ਮੁੜ ਸੁਲ੍ਹਾ ਕਰਾਂਦਾ। ਜਨਾਨੀਆਂ ਵੀ ਆਪ ਬਣਾ ਲੈਂਦਾ ਹੈ, ਘਰ ਵੀ ਆਪ ਬਣਾ ਲੈਂਦਾ ਹੈ, ਟਾਈਮ ਦਿੰਦਾ ਹੈ ਇੰਜ ਕਰੋ ਤੇ ਇਹ ਕਰਾਂਗੇ। ਇਸ ਟਾਈਮ ਪੁਲਿਸ ਨਾਲੋਂ ਦੀ ਗੱਲ ਹੋ ਕੇ ਪੁਲਿਸ ਪਾ ਲੈਂਦੀ। नाज़रीन गुफ्तगू आपने सुनी मुतासरा खातून की और सारी तफसील इन्होंने बताते हुए बताया कि एक शख्स जो आज से 9 साल कबल तकरीबन जिसके साथ इन्होंने निकाह किया और उसने 9 साल के दौरान कभी भी ये साबित नहीं होने दिया, ना कभी बताया कि उसका ज़रिया मुआश क्या है, जबकि इन्हें जब पता चला कि वो एक महज फ्रॉड है, धोखेबाज है, लोगों को ब्लैकमेल करना और मुबैना तौर पे हैरास करना, झूठे मुकदमात में इन्वॉल्व करके उनसे पैसे निकलवाना उसका ज़रिया मुआश है, तो इन्होंने उससे तर्क ताल्लुक़ का फ़ैसला किया और फिर अदालत से रुजू किया। जब उसने देखा कि ये खातून उसके असर से निकल रही है तो फिर उसने एक ऐसा अगवा का ड्रामा रचाया कि एक ले पालक बच्चा जो उसने अपने भाई का लेके पाल रखा था, 4-5 साल उसकी उम्र है, उसे अपने एक दोस्त के साथ मिलके
झंग भिजवा दिया और इन्हें फ्रेम करने की कोशिश की, इन्हें इनके अजीज़ व अकारब और रिश्तेदारों को साथ इन्वॉल्व करने की कोशिश की कि शायद इन्होंने उसका बच्चा अगवा किया है। पुलिस ने तमाम छानबीन करने के बाद हक़ाइक़ सामने लाते हुए तमाम असल मुल्ज़िमान को गिरफ़्तार किया, बच्चा बाजियाब करके उनके हकीकी वालिदैन के सुपुर्द किया और इस खातून को इंसाफ दिलाने में खुर्डियांवाला पुलिस का अहम किरदार है कि तमाम हक़ाइक़ पुलिस ने अपनी पेशावराना महारत से सामने लाए और असल मुल्ज़िम तक पहुँच गए। नाज़रीन इकराम, टीम मुजरिम कौन मौजूद है आज एक बार फिर थाना खुर्डियांवाला में, और थाना खुर्डियांवाला पुलिस ने शायद ये ठान लिया है कि जराइम पेशा अफराद की अब इस इलाके में कोई गुंजाइश नहीं है। पुलिस को एक नन्हे मासूम बच्चे की गुमशुदगी और अगवा की इत्तला मिलती है और फिर पुलिस उस पर एक्शन लेते हुए इस सारे ड्रामा को ना सिर्फ बेनकाब करती है बल्कि मुल्ज़िमान को अरेस्ट भी कर लेती है। क्या वाक़या था, कौन था ये बच्चा, कैसे अगवा हुआ और फिर पुलिस की इसमें क्या मेहनत है, जानते हैं। SHO थाना खुर्डियांवाला रियाज उठवाल हमारे साथ मौजूद हैं। अस्सलाम वालेकुम सर, बहुत शुक्रिया आपके वक्त का। आपकी पे दर पे कार्रवाइयाँ जो हैं वो धाक बिठा रही हैं। फैसलाबाद पुलिस में आपका शुमार उन ऑफिसर्स में हो रहा है जो चैलेंज को एक्सेप्ट करते हैं और फिर उसको एग्जीक्यूट करके दिखाते हैं। बताइएगा ये क्या मामला था? 4 साल एक बच्चा है, उसकी अगवा का आपने ड्रॉप सीन किया, क्या हुआ? बहुत शुक्रिया जी अल्ताफ़ भाई, आप तशरीफ़ लाएँ और आपकी टीम का भी शुक्रिया। ये 9 तारीख़ है, 9/1 को शाम के 5:30 बजे कॉल मसूल होती है 15 पे कि 4 साल बच्चा है, अहमद उसका नाम है, वो चक नंबर 210 अज़ाफ़ी आबादी से लापता है, मिसिंग हो गया और उसका कभी शुबा किसी ने अगवा कर लिया है। इस इतला पे हम पहुंचते हैं। सबसे पहले हमारा चौकी इंचार्ज मक्कोना पहुंचता है, उसके बाद मैं चाहता हूं, तो वो पता चलता है, उसका वालिद मिलता है हमें जावेद। वो बताता है कि जी मेरी जो बीवी है वो रूट के चली गई है मैके अपने, और ये जो बच्चा है उसका नाम अहमद है, उसकी उम्र 4 साल है। ये मैंने अपने भाई इमरान से जो लेपालक लिया हुआ है, मैं इसको घर छोड़ के गया हूँ अपने काम के सिलसिले में 228 की तरफ, वापसी आया हूँ तो बच्चा मुझे नहीं मिला है। घर में वो अकेला रहता है, उसके साथ एक बच्चा रहता है। तो हमें तो बड़ी परेशानी लग गई सबसे पहले कि छोटा बच्चा है, उसकी उम्र भी कम है। तो हमने वो गिरदोनवाब में छोटे बच्चों से पूछा कि आप ये बच्चा साथ खेलता रहा। उन्होंने बताया जी उस दिन रात को धुंध बहुत ज़्यादा सी। उन्होंने बताया कि 4 बजे ये बच्चा हमारे साथ इधर खेलता रहा है हमारे साथ पास ना, बच्चों ने बताया। उसके बाद इसका वालिद जो वो मोटरसाइकिल पे लेके गया है, उसके बाद बच्चा हमने नहीं देखा। अच्छा, बच्चे जो उसके साथ खेलने वाले थे उन्होंने, मासूम बच्चों ने ये बताया कि लास्ट टाइम 4 बजे तक ये हमारे साथ खेलता रहा और फिर इसका वालिद आके इसको ले गया। हाँ ले गया, लेकिन उसकी वालिद की स्टेटमेंट थी कि मैंने इसको उधर से ज़रूर लिया है, और लेकिन मैंने इसको कपड़े पहना कर जूता पहना कर इसको दोबारा छोड़ दिया गली में, उन बच्चों के पास वापस चला गया। मैं अपने दोस्त के साथ में चला गया 228 में। लेकिन वो बड़ी बात थी, और कोई उसकी इन्फॉर्मेशन सी, ज़्यादा छोटा बच्चा है, वो गिरदोनवा में तमाम उसके जीज़ो कारब रहते हैं। तो हमने गली में तमाम घरों में उनके तमाम जो साथ बच्चे थे उनसे इंटरोगेशन, उसके बाद हमारे जो DSP साहब हैं और SP साहब हैं वो भी तशरीफ़ लाए साथ। तो हमने वो तकरीबन सारी रात वो हमने वो गिरदोनवाब उनके घरों में तलाशी ली। उसके अलावा मैंने कुछ CCTV फुटेज तक की, वो गाँव का ज़ात है, उसमें CCTV फुटेज की सहूलत नहीं थी। साथ वो एक बड़ा गहरा तालाब है गाँव के साथ, वो हम छानते रहे, हो सकता कि बच्चा नीचे गिर गया हो। उसके साथ एक छोटी नहर है, वो हम सारी तलाश की, हो सकता कि बच्चा इसमें गिर गया हो। उसके साथ झाड़ियाँ काफ़ी हैं उस गाँव के साथ, वो झाड़ियाँ हम सारी रात तलाश की। एक धुंध बहुत ज़्यादा थी, हमारे अफसरान ने भी बड़ी मेहनत है, वो उस रात SP साहब और DSP साहब हमारे साथ रहे। तो नन्हा मासूम बच्चा है ना रियाज भाई, जो शायद सही तरीके से अपना पता भी नहीं बता सकता होगा, तो पुलिस को फिर जाहिर है हमारी हुकूमत का, IG साहब का ये विज़न है ख़ास तौर पे ख़वातीन और बच्चों का जो तहफ़्फ़ुज़ है उसको यकीनी बनाना है। तो फिर मल्टी डायरेक्शन में जो है वो सोचना पड़ता होगा कि खुदा न खास्ता कोई हादसा पेश आ गया हो, खुदा न खास्ता ये किसी हादसे का शिकार हो, किसी हॉस्पिटल में, किसी तालाब में, जैसे आपने बताया कि मल्टी डायरेक्शन में, तो फिर बहुत ज़्यादा इसके लिए कंसंट्रेट करना पड़ता होगा। सारी की सारी नफरी, सारे वसाइल जितने भी दस्तयाब होते हैं, तो फिर सारी की सारी तवज्जो आपने उधर मरकूज़ की। जी बिल्कुल। उसके बाद हमारे SP साहब उधर रहे हैं, उन्होंने SHO बलोचनी को बुला लिया, और बहुत तमाम टीमें एलीट और तमाम नफरी हमने इकट्ठी की। ज़ाहिर है वो हमारे लिए एक चैलेंज बन गया था, खोजता बच्चे के साथ किसी ने मिसहैप न कर दिया हो। तो उसका वालिद ये चलाता रहा जी नहीं जी वो मेरा बच्चा किसी ने मिसहैप कर दिया। पहले तो उसने ये शक ज़ाहिर किया कि जो मेरी बीवी है वो मुझे, उसने शादी की थी 13 साल कबल, वो चली गई रूट के, उसका वो ले गया। उधर हमने रेड किया फैसलाबाद में, उन्होंने बताया जो मुझे ज़रूरत क्या है, मेरा तो बेटा ही नहीं है, वो ले पालक बच्चा है, मैं तो 4 माह हो गए इनसे अलग हो गई हूँ। बच्चा इसका हकीकी बच्चा नहीं था, ले पालक इसके भाई का बच्चा था, इमरान का। तो वो बड़ा मसला बनता रहा। हमने फिर उसके बताया, इंटरव्यू की, उसने बताया कि मेरा एक दोस्त है शरीफ उसका नाम है, मैं उसके साथ ना उधर अपना गया था 228 की तरफ।
وہ اس کو ہم نے پوچھا بھی آپ ہو سکتا کہ اس نے اپنا اس کے ساتھ اس کو دیکھا ہو. اس نے بتایا جی نہیں جی ہم تو دونوں تقریباً 3-4 بجے گئے ہیں دربار پہ جا کر سلام کیا تو واپس آ گئے. مجھے نہیں پتا اس کے متعلق وہ کیا ہے, لیکن وہ صحیح رات ہم بڑا پریشان رہے. ہم نے فوری ایف آئی آر دے دی اس کی 69 نمبر پر. ظاہر ہے کچھ بھی ہو سکتا تھا. اس کے بعد ہمیں کچھ سمجھ نہیں آ رہی تھی. ہمارا ایک چیز پہ وہ نہ ہمارے افسران کا اور میرا یہ فوکس پوائنٹ تھا کہ اس نے لاسٹ ٹائم خود بچہ اپنے موٹر سائیکل پہ اٹھایا ہے. اس کے بعد بچہ کسی نے دیکھا نہیں ہے گاؤں میں. ظاہر ہے گاؤں میں شہر تو نہیں ہے, تو اسی بھی ہمارا اٹکا رہے. ہم نے پھر اس کا جو ساتھی تھا شریف جس کے ساتھ یہ کہتا میں ادھر دربار پہ گیا تھا, اس کے علاوہ ہم نے انٹرویو کیا, اس کی انٹروگیشن اس نے ہمیں کچھ نہیں بتایا. یہ بہت روتا تھا, ادھر لیٹتا تھا, میرا بچہ ہو گیا, یہ ہو گیا, بچے نے اغوا کر لیا. پہلے تو یہ انہوں نے اپنی جو بیوی تھی اس کی, اس نے اس کے خلاف طلاق کا دعویٰ کیا ہوتا عدالت میں. اس کے گھر لے گیا, اس کے بیٹوں کے خلاف میں گھر میں تمام ریڈ کرائے ادھر جا کر. انہوں نے بتایا ہمیں ضرورت نہیں, اس کو ہم نے ان کو گرفتار کر لیا. غصہ انہوں نے آگے پیچھے کیا ہو. بہرحال کر ہم یہ رات گزر گئی, ہم صبح فرسٹ ٹائم پھر پیچھے لگ گئے. ہم نے تمام جو فصلیں ہیں کمان کی فصلیں ہیں اس کے ان کو تمام کو چلنا شروع کر دیا. پھر ہم نے میرا اسی ایک پوائنٹ پہ ایک دماغ کٹکا ہوا تھا کہ یہ لاسٹ ٹائم اس کے پاس دیکھا گیا. پھر ہم نے اس کا ساتھی جو شریف جس کے ساتھ گیا تھا اس کو ہم نے دوبارہ اریسٹ کیا, اس کی ہم نے انٹروگیشن کی ہے. تو اس نے پھر آ کر انکشاف کیا بعد میں آ کر کہ اس کو ہم CDR لی کہ میں نے یہ میں بتاتا ہوں آپ کو, لیکن یہ سارا جو پلان اس کے والد کا جوید کا اور یہ بچہ جو ہے احمد ہے اس کے بھائی کا, یہ اس نے مجھے میرے گھر آیا. میری بیوی جو شیفہ بی بی اس کے ساتھ بیٹھ کے انہوں نے بتایا کہ منت کی کہ میری جو بیوی ہے نا جو لڑ کے چلے گئی, اس نے طلاق کا دعویٰ کیا ہوا ہے عدالت میں, تو وہ ہمیں واپس نہیں آتی. تو وہ چاہتا ہے کہ بیوی میری واپس آ جائے. وہ واپس آنا نہیں چاہتی, وہ طلاق کا دعویٰ کیا. اس نے کہا کہ میں نے اس کے خلاف یہ کارروائی کروانی ہے, میں نے ڈرامہ کرنا ہے, وہاں آپ کو کچھ پیسے ملیں گے, وہ آپ کو بھی حصہ دوں گا. میں اسی لالچ میں آ گیا تھا. تو یہ اس نے سارا پلان یہ بنایا تھا. ریاض بھائی وہ ایسا کون سا پوائنٹ تھا جہاں پہ ظاہر ہے آپ ملٹی ڈائریکشن میں چل رہے تھے, آپ ہاسپٹلز میں, آپ جنگل میں, آپ جو قریب کنسٹرکشن سائٹس تھی آپ نے وہاں پہ دیکھا, آپ ہر طرف گھوم رہے تھے اور یہ شخص بڑی چالاکی سے پولیس کو مس لیڈ کر بھی رہا تھا. کون سا ایسا پوائنٹ تھا جو آپ کو کلک کیا کہ یار اس کو یہ اچھے طریقے سے انٹیروگیٹ کر لیں؟ وہ ایسا کیا پوائنٹ تھا؟ کیا اس کا بیہیویئر مشکوک تھا, یا ضرورت سے زیادہ رونا دھونا جو کرتا ہے تو پھر بھی پولیس کو شک پڑ جاتا ہے کہ یہ نیچرل نہیں ہے؟ ایسا کون سا پوائنٹ تھا جس نے کلک کیا جو اور آپ کو اس پہ شک گزرا؟ سب سے پہلے یہ اس کو متعلق بتا دوں, یہ جوید جو مدعی بنا تھا یہ خود ایک کرمنل ہے. اس کے خلاف پہلے یہ 8 مقدمات کا یہ مدعی ہے اور 6 مقدمات کا یہ ملزم ہے. ایک تو ہمیں اس کی جو کرمنل ہسٹری کا پتہ چل گیا تھا یہ شاطر آدمی ہے, یہ سمجھتا ہے پولیس کی ورکنگ کو سمجھتا ہے, ہو سکتا ہے کہ ہمیں مس لیڈ کر رہا ہو. دوسرا ہم جب ان کے دونوں کی اس کا جو ساتھی ہے جو اس کو ہم جو شریف اس کی انٹروگیشن کی تھی, ان کے دونوں میں تضاد تھا آپس میں, بیانات نہیں ملے. وہ کہتا ہے کہ میں ڈائریکٹ مکوا نہ گیا ہوں, ادھر سے ہم موٹر سائیکل بیٹھے ہیں. یہ کہتا نہیں جی میرے گھر ہے, ہم ادھر گھر سے بیٹھے ہیں. اس سے تھوڑا ہمیں ڈاؤٹ پڑا کہ اگر یہ ایک بندے اکٹھے جاتے ہیں تو ان کا اسٹیٹمنٹ ایک ہونی چاہیے. وہ ہمیں تھوڑی سی ڈاؤٹ پائی. اور دوسری بات ہمیں تیسرا پوائنٹ یہ تھا کہ یہ جب سے اس نے لاسٹ ٹائم جو بچے ہیں وہ جھوٹ نہیں بولتے ہیں. چھوٹے بچوں نے ہمیں بتایا کہ اس کے ساتھ یہ موٹر سائیکل بٹھایا گیا ہے, جب ہماری گلی سے کھیل رہا تھا اس نے خود اپنے موٹر سائیکل بٹھایا ہے. اس کے بعد ہمارے پاس واپس نہیں آیا. وہ جہاں بچے بڑے جھوٹ بول سکتے ہیں, ہم جھوٹ بول سکتے ہیں, لیکن بچے اللہ دل کے سچے ہوتے ہیں وہ نہیں بولتے. انہوں نے بتایا ہمارا یہ 3 پوائنٹ ہمارے تھے. ایک کرمنل تھا, یہ ہیپچول تھا, اس کے بیوی جو لڑائی بھی ہوئی تھی, اور تیسرا اس نے جو اس کا کرمنل مائنڈ تھا وہ زار بتا. اور جو بچوں نے بتایا ہمیں لاسٹ ٹائم یہ اسی پوائنٹ ہمارا, اور ان کی دونوں کی اسٹیٹمنٹ جو تضاد تھا اس پہ ہم اٹک گئے اور انٹیروگیشن کی ہم نے. اور پلان اس نے یہ بنایا تھا کہ یہ جو اس کی شریف ہے, اس کا ساتھی ہے, اس کی بیوی قاسیہ ہے, اس کو انہوں نے بچہ دے دیا, اور بچہ دے کر انہوں نے جھنگ بھیج دیا. اس دن چنگ تھانہ علاقہ تھانہ موچیا والے نے بھیج دیا کہ آپ ادھر رہیں گی. ان کو پیسے بھی دیے, 3-4 دن آپ ادھر رہیں گی, تو آپ کو بعد ہم لے جائیں گے. ان کا پروگرام یہی تھا کہ وہ ادھر رہیں گے, ہم ایف آئی آر کروا دیں گے. ایف آئی آر کروا ان کو اپنی بیوی کے جو بیٹے ہیں سابقہ بیوی کے, اس کے خلاف ہم پرچہ کریں گے, بلیک میل کریں گے. اس کے بعد جو اس نے دعویٰ کیا ہوا واپس کیا, پیسے بھی لیں گے, اس کو واپس بھی لے کے آئیں گے, پھر آپ کو حصہ میں دیں گے. اس لالچ میں آ کے یہ شریف جو غریب آدمی تھا وہ بھی ان کے ساتھ مل گیا, اور اس کے بعد یہ سارا ڈرامہ اس نے کیا. یہ جو اس کا شریک جرم ہے شریف نام کا جو آپ بتا رہے ہیں, اس کو پھر ڈے 1 سے ہی پلاننگ کا پتہ ہوگا, کیونکہ اس کی وائف اس میں شامل تھی. اس نے اپنی وائف کو وہ بچہ ساتھ دے کے جھنگ بھیج دیا جو آپ بتا رہے ہیں. تو کیا پھر یہ بچے کی گمشدگی کی رپورٹ سے لے کے ریاض بھائی جھنگ ریڈ تک کا ٹائم ڈیوریشن کتنا تھا پولیس کا؟ یہ اس نے ایک دن شام کو بھیجا ہے بچہ, یہ دوسرے دن ہم تقریباً 2-3 بجے ادھر ہم پہنچ گئے ہیں اس کا جنگ لینے. سارا پروسیس کرنے کے بعد لوکل سطح پہ چھان بین, ان کی انٹیروگیشن, کیا محض 24 گھنٹے میں
पुलिस जो है वो मुल्ज़िमान तक पहुंच गई? बेशक 24 घंटे हमने ये 24 घंटों में ना हम थाने हैं, मैं हूँ, ना हमारी कोई टीम आई, ना डीएसपी साहब ऑफिस आए, ना एसपी साहब ऑफिस गए। हम 24 घंटे इसी का वर्क पे लगे हैं, जहाँ हमारा सीपीओ साहब की तरफ से इंस्ट्रक्शन थी कि आपने ये बच्चा 800 बरामद करना है, और पी साहब के इंस्ट्रक्शन थी जहाँ छोटा बच्चा है, सीएम के भी एक ठीक है। तो हमने ये उसी 24 घंटे में उधर रहे हैं, हम किसी साइड पे हैं, उधर अफसरान की लीडिंग मिलती रही, उसी पे हम रेड करते रहे हैं। और इसमें एक और चीज़ भी आपको इंटरेस्टिंग बात बता दूँ, ये शरीफ को ये उसी दिन ये ले गया है बच्चा, अपनी बीवी को देने के बाद, शरीफ की बीवी को देने के बाद ये खुद को लेके गया दरबार पे, उसको जाकर कसम उधर जो है कि आपने किसी को ये बताना नहीं है, हलफ लिया बगैर? हलफ लिया, जाकर दरबार में हाथ रखाया दरबार पे, आपने हलफ दिया कि आपने किसी को बताना, ये बातें सिर्फ हमारे 3 बंदों में होगी। तो लेकिन ज़ाहिर है फिर मुजरम कितना भी चलाक हो, कुछ ना कुछ निशान तो छोड़ता है ये। अच्छा रियाज भाई, क्या मोटिव इसका वही सिंपल था कि अपनी जो बीवी है जो इससे अलग होना चाहती है, इसके साथ नहीं रहना चाहती, और कानूनी तकाज़े पूरे करते हुए उसने खुला का दावा भी किया हुआ है, क्या सिर्फ उसे तंग करना, उसे ब्लैकमेल करना यही मकसद था, या फिर जिस भाई का इसने बच्चा लेके पाला हुआ था उसका इस सब में पुलिस ने उसको इंटेरोगेट किया, वहाँ भी आपने रेड किया कि हो सकता है इसके हकीकी वालिदैन इसको ले गया? नहीं, इसका मोटिव एक नहीं था, ये सिर्फ अपनी बीवी वाला, ये बंदा क्रिमिनल है, ये इसने और लोगों को उधर से गिरफ्तार करवाना था, सस्पेक्ट लोगों को, उन्होंने इसने पैसे लेने थे, पैसे लेकर इन तमाम लोगों को तंग करना। इसका साबका रवायत भी यही है कि ये 1-2 इसने पहले भी पर्चे करवाए थे 2015 में, उसमें भी लोगों की गिरफ्तारियाँ करवाई, उनसे ब्लैकमेल कर पैसे लिए। मेन मोटिव उसका बीवी का था। उसके बाद ये जो लोकल सतह पर इनको तंग करते हैं, ये पहले आप खुद भी जेल में रहा है, फ्रॉड शॉट करता रहा प्रॉपर्टी के, उन लोगों के खिलाफ इसका मकसद था कि मैं अपनी कार्रवाई कराऊंगा, ज़ाहिर वो चीज़ बताऊंगा कि मैंने इनके पैसे देने थे या मैं फ्रॉड किया, मेरे बच्चा उठा के लेके आए। अब जो बच्चा आपने बाजियाब करवा लिया रियाज भाई, बच्चे की अब जो करंट सिचुएशन है वो कहाँ पे है? क्योंकि बाप क्रिमिनल है, माँ उसको ऑन नहीं करती, रूठ के गई हुई है, तो जो इसके हकीकी वालिदैन हैं उन्होंने पुलिस से कांटेक्ट किया या पुलिस ने उनसे कांटेक्ट किया, उनसे मुलाकात की, और अब बच्चे का करंट स्टेटस क्या है, वो किन के पास है? जब हमने उसके हकीकी वालिद जो इमरान, उसकी मुद्दत में पर्चा दिया था, हमें पता चल गया था, हमने इसकी मुद्दत पर्चा ही नहीं दिया, उसके हकीकी वालिद के खिलाफ हमने FIR दी। फिर जब बच्चा ये रिकवर हुआ, हमने थाने में बुलाकर उस हकीकी, उसकी वालदा और उसकी हकीकी वालिद के हवाले किया, इधर आकर हमारे पास इसकी बाकायदा सबूत है, उनके हवाले किया, और उनको ये बताया कि आपके बच्चे की तरह ये खेल कर, बच्चे को आपको इस्तेमाल करके ये अपने मोटिव हासिल करना चाहता है, बल्कि उन्होंने ताकीद की कि नेक्स्ट टाइम इसको बच्चा वापस इसको नहीं देना, और उन्होंने बिल्कुल हमें यकीन नहीं कराई, उसको मुकामी जो मुअज़्ज़िन थे उस गांव के, हम दोबारा इसको बच्चा जो नहीं देंगे, जो यार इसका लेपलक है वो बच्चा नहीं देगा। अभी बच्चा जो है वो अपने हकीकी वालिदैन के पास है। वो रियाज भाई, एक शख्स जो क्रिमिनल है, आपने बताया कि इसका क्रिमिनल रिकॉर्ड भी है, कुछ मुकदमात में ये मुद्दई भी है, कुछ में मुल्ज़म भी है, क्या ऐसे शख्स को जो है उनके बहन भाई, जैसे इसके भाई का बेटा इसके पास है, क्या बहन भाइयों को नहीं मालूम होता कि हमारा भाई जो है वो क्रिमिनल माइंडेड है, वो क्रिमिनल है, ऐसी एक्टिविटीज़ में है, तो क्या अपने बच्चे को अडॉप्शन में उनको ले पालक देने के लिए क्या लोगों को सोचना नहीं चाहिए कि एक शख्स जो अपने मफादात के लिए कुछ भी कर सकता है, तो हम अपनी औलाद, अपने जिगर के टुकड़े ना सौंपें उसको? नहीं, आपका ऐसा मैसेज है, लेकिन क्या ये ज़ाहिर देहात है, इसमें लोग फिर मिन्नत समाजिश कर लेते हैं। इसने कहा जी मेरी अपनी जो औलाद है वो नहीं है तो मेहरबानी करें, मैं अभी अकेला रहता हूँ, तो वो इसने बच्चा उसके 1 मंथ का था जब इसने लिया था अपने भाई से, तो नहीं होना चाहिए। जब आपको पता भी कि एक बंदा क्रिमिनल है, उसकी एक्टिविटी ऐसी है, तो उसको अपनी हकीकी औलाद नहीं देनी चाहिए। ज़ाहिर है वो बड़ा होकर वो उसको साथ वो क्रिमिनल बनेगा, नहीं देना चाहिए। आपका अच्छा मैसेज है, आवाम की इस बात को तलब इल्म होना चाहिए। रियाज भाई, आपका बहुत शुक्रिया। नाज़रीन इकराम, इंस्पेक्टर मोहम्मद रियाज उटवाल SHO थाना खुड़ियावाला हमारे साथ मौजूद है। गुफ्तगू इनसे जारी रहेगी। केस जिस पे आज बात हो रही है बिलखुसूस, उसमें एक नन्ही मासूम जान इन्वॉल्व है। एक 4 साला बच्चा अपने जो अडॉप्टेड पेरेंट्स हैं, जिन वालिदैन ने उसे अडॉप्ट किया, ले पालक जिसे कहा जाता है, उस जालिम शख्स ने, बाप ने, जो नाम नेहाद बाप था, उसने इस बच्चे को अपने मज़मूम मकासद के लिए इस्तेमाल किया। बच्चे को अपने एक दोस्त के यहाँ भिजवा कर उसके अगवा का ड्रामा किया, और मकसद अपनी उस बीवी को तंग करना, ब्लैकमेल करना, मुकदमात में फंसाना था, जो रूट कर मैके गई हुई थी और जिसने खुला का दावा किया हुआ था। पुलिस हरकत में आती है महज
24 घंटे के अंदर इसके रचाए हुए ड्रामे को न सिर्फ बेनकाब किया जाता है बल्कि इस शातिर मुलजिम को पुलिस पाबंदे सलासल भी करती है। वालिदैन को चाहिए वो इस बात का ख्याल रखें कि अगर आप अपना बच्चा, अपने जिगर का टुकड़ा किसी को सौंप रहे हैं तो कम अज़ कम उसकी हिस्ट्री चेक कर लें, उसे देख लें। बेशक वो आपका रिश्तेदार है, लेकिन अगर वो क्रिमिनल माइंडेड है, अगर वो क्रिमिनल है, तो हो सकता है कि वो अपने किसी भी मकसद के लिए आपके बच्चे की जान को दांव पर लगा। एक जालिम सफाक शख्स जिसने 4 साला मासूम बच्चे को अपने मज़मूम मकासद के लिए इस्तेमाल किया, एक लेपालिक बच्चे को उसने अगवा का ड्रामा रचाया और अपनी उस बीवी को ब्लैकमेल करने की कोशिश की जो रूठ कर मैके गई हुई थी और जिसने खुला का दावा दायर कर रखा था। पुलिस, खुरडियांवाला पुलिस की ये कामयाबी है कि उन्होंने इस रचाए हुए ड्रामे को न सिर्फ बेनकाब किया बल्कि उस सफाक शख्स को पाबंदे सलासल किया। खुरडियांवाला नाज़रीन इकराम फैसलाबाद का वो पुलिस स्टेशन है जिसमें एक मिक्स तरह की कम्युनिटी आबाद है। ये इंडस्ट्रियल एरिया है, यहाँ पे बैरूनी आबादकार लोग बहुत बड़ी तादाद में बसते हैं और यहाँ पे किरायादारी एक्ट जो है वो भी बहुत ज़्यादा मौसर है। यहाँ पे मुख्तलिफ़ कम्युनिटीज़ के, मुख्तलिफ़ इलाकों के पाकिस्तान भर से लोग आकर आबाद हुए हैं। ये पुलिस के लिए एक बड़ा चैलेंज होता है ऐसे इलाके में क्राइम की रोकथाम करना जहाँ पे हर रंग, हर नस्ल और हर ज़ुबान से ताल्लुक़ रखने वाले लोगों की कसीर तादाद पाई जाती है। गुज़श्ता दिनों खुरडियांवाला पुलिस को एक ऐसी तनकीद का सामना करना पड़ा जिसके बायस पुलिस परेशान थी। डकैती की वारदातों में इजाफा हो रहा था। एक डकैत गैंग को पुलिस ने हिरासत में लिया, लेकिन एन उसी रात दोबारा 3 अफराद जो हैं वो डकैती कर जाते हैं। लोकल सतह पर इसका बहुत वावेला मचाया गया कि अभी आज ही एक गैंग अरेस्ट हुआ है और आज ही उसी पैटर्न पे उसी तरह 3 लोगों ने दोबारा डकैती की वारदात कर ली है। आखिर है क्या? लेकिन पुलिस ने इस मिसकॉन्सेप्शन को, इस ड्रामे को भी बेनकाब किया। वो भी रियाज भाई से पूछते हैं कि आखिर वजह क्या थी, वो क्या था, क्या वाकई में वो डकैती की वारदात थी या फिर पुलिस को गुमराह करने के लिए कोई ड्रामा रचाया गया था। रियाज भाई, ये क्या सीन है? आप हमें मालूम है, हमने आपसे रब्ता किया प्रोग्राम्स के लिए, आप हमें पूरा हफ्ता दस्तयाब नहीं हुए। आपसे दिन में बात करते थे तो आप कोर्ट कचहरी नाकाजात, आपसे रात बात करते थे तो आप नाकाजात। आपने एक गैंग पकड़ा, 3 रुकनी डकैत गैंग, और एन उसी रात दोबारा डकैती की वारदात हो गई। ये क्या सीन था? कौन लोग थे ये? क्या वाकई में डकैती थी या फिर कोई ड्रामा था? अल्ताफ़ भाई शुक्रिया, थैंक यू। ये दोबारा ये एक मेरी पोस्टिंग से पहले एक शॉप रॉबरी इधर काफ़ी हुई हैं जिसकी वजह से लोग बड़े परेशान थे, कारोबारी तबका भी। तो ये हमारे लिए एक चैलेंज बना हुआ था। वो अल्हम्दुलिल्लाह वो गैंग ब्रस्ट हो गया, पकड़ा गया। उसकी नेक्स्ट रात को दोबारा 3 बंदों 125 पे एक कॉल चलती है, एक जना रोड पे 77 लोग पे एक दुकान गैस की, उधर 3 बंदे 125 पे आए हैं और उन्होंने 1,70,000 रुपये छीन लिया है। वो अफसरान तमाम, हमारे एसपी साहब, डीएसपी साहब और तमाम मौके पर गए। हम बहुत परेशान हो गए। एक दिन पहले तो ये बंदे पकड़े गए, ये नया गैंग कौन सा आ गया है। वो हम मौके पर गए तो उधर एक दुकानदार था मुदस्सर, उसने बताया जी 3 बंदे आए 125 पे। उन्होंने मेरे पास कैश था 1,70,000 रुपया और मेरा मोबाइल छीन के फ़रार हो गए। किधर गए हैं? आगे चले गए हैं। वो हम बड़े परेशान, उसके हुलिये याद चेक किए उस रात। फिर दोबारा हमने अपना वो वर्क शुरू किया। हमारे अफसरान बड़े नाराज़गी इज़हार किया तो हम वो मुख्तलिफ जगह फिर दोबारा रेड किए। ये हम तो परेशानी का आलम तो बन गया था कि ये नया गैंग कौन सा आ गया। ये 2-3 दिन गुजरे हैं तो हमने FIR दे दी फ़ौरी तौर पर। उसके बाद हमने ये 2-3 दिन बाद हम भी उनके पीछे लगे रहे, जो जैसे उन्होंने हुलिये बताए। तो वो हमें एक बंदा जो को इन्फॉर्मेशन मिली कि इस टाइप का हुलिये वाला बंदा, अगर ये जो बताते हैं आप, मोटा सा बंदा, ये आपको एक जगह अवेलेबल हो सकता है। वो हमने रेड किया, उसको पकड़ लिया। वो हमने सारी बात पूछी तो वो बात का और हंगी और निकला। उन्होंने बताया ये मुदस्सर जिसने दुकानदार कॉल की थी, ये असल पार्टनर है एक बंदे के, उस्मान के साथ। इसने पार्टनर पेशे पे दुकान बनाई हुई है। इसकी इनकी गैस की दुकान एक जानवाला रोड पे भी है। तो इन्होंने किया कि ये मुदस्सर साहब जो है ना, इसने ऑनलाइन जुआ खेला, इसमें ये पैसे हार गया। इसने अपने दोस्तों का, एक उसका दोस्त है, ये उसका नाम है माजिद है, एक तमूर है,
3 بندے دوست اس کے ہیں, انہوں نے ان کے پاس ہے, اس کو گیا یار مہربانی کریں آپ نا, میں نے ایک نا میرے پیسے میں ہار گیا ہوں جمعہ میں آن لائن, تو مجھے نا جو پارٹنر ہے وہ پیسے مجھ سے مانگ رہا تھا, میرے پاس تو پیسے نہیں ہیں, اور میں نے یار وہ یہ مجھے پیسے بھی چاہیے, اگر آپ تو میں آپ جب بجلی جاتی ہے خاص طور پر بجلی جائے گی اندھیرا ہوگا تو آپ آج میں فون کروں گا, آپ آ جانا ہے, آپ نے مجھے پورا گٹی کا رنگ دینا ہے اور میں نے شکار چلاؤں دوں گا, پھر آپ نے موبائل بھی لے جانا جا کے آگے بند کر دینا, اور بعد میں میں آپ کا اس سے پیسے بھی دے دوں گا. انہوں نے ایسا ہی کیا, جب بجلی بند ہوتی ہے تو اس نے اپنے موبائل سے کال کی, وہ ریکارڈنگ ہمارے پاس بھی آ گئی ہے, بجلی بند ہوگی جلدی آپ آ جائیں. یہ انہوں نے 2-3 دوست آئے 1 to 5 پہ انہوں آ کے, اس کو اندر دکان پہ ایک چھوٹا سا بچہ تھا تو اس نے ان کو پیسے دیے ہیں, دے کر موبائل بھی دے دیا, وہ انہوں نے کال کر دیا ہے. وہ ہم نے تینوں بندے گرفتار کرے. مدثر جب جس نے کال کی تھی جو مدعی بنا تو اس کو میں نے اریسٹ کر لیا, پھر ہم نے اس نے اپنی غلطی مان لی, انہوں نے جی بالکل میری غلطی ہوئی ہے مجھ سے. جو اس کا اصل مالک تھا, جو پارٹنرشپ تھا, ہم نے اس کا رابطہ کیا, انہوں نے کہا جی مجھے ہماری ایک اور دکان پہ واردات بھی ہوئی ہے آج, تو 2-3 تھانے کے پیچھے جو بڑا ایشو بنا تھا. ریاض بھائی, یہ خبر جب سرفیس ہوئی تو پھر پولیس کے لیے بہت بڑی پریشانی کا باعث تھا کہ تھانے سے چند قدم فاصلے پہ اسی طرح سے اسی پیٹرن سے ایک ڈکیتی کی واردات ہوئی تھی. کیا وہ بھی اسی سیریز کا حصہ تھا؟ بالکل ہو وہیں, بلکہ اس کا جب کال چلی تھی نا, ہمارے ایس پی صاحب خود موقع پہ آئے ہیں جو 1,70,000 واری ہے, اس کے ساتھ مجھے رات کو ہمارے جو افسران ہیں سی پی صاحب کی طرف سے وہ بس سخت حکم ملا کہ یار یہ دوبارہ بندے یہ نہیں ہونے چاہیے. میں نے بلکہ افسران کو واپسی بتایا کہ یہ بندے ہم نے اریسٹ کر لیے ہیں, انہوں نے یہ خود وقوع کیا ہے, تو وہ یہ بھی باوقوع انہوں نے خود ہی کروایا تھا. ان کا مقصد یہی تھا کہ یہ اصل 2 ان کی دکانیں ہیں, 2-3 یہ تینوں پارٹنرشپ پہ دکانیں ہیں. جو ادھر والا ہے جب ان کو نقصان ہوتا ہے تو وہ بھی شو کر دیتا ہے, یہ کہیں گے خود ہی تھا انہوں نے کیا ہے. وہ ہم نے اصل مالک کو بلایا, انہوں نے کہا یہ مجھ سے جھوٹ بولا ہے, اور انہوں نے کہا کہ ہمارے ساتھ واردات ہو گئی ہے. ہم نے ان تینوں بندوں کو اریسٹ کیا, اور اس کو وہ مدعی کو بھی اریسٹ کیا جس نے کال چلائی تھی, جو مدعی بنا ہوا ہے وہ بھی اریسٹ ہمارے پاس ہے, اور ان سے ہم نے پیسے ریکور کیے ہیں. وہ ریکور کر کے ہم نے ان کو بالکل ہم نے ان کو چلان کرنا ہے, ابھی ان کے بعد ریکوری ڈال کے ان کو اب جیل بھیجنا ہے انشاءاللہ تعالی. ایسی جو فیک کالز ہوتی ہیں ریاض بھائی بہت ساری, ابھی تو اس میں کافی حد تک کمی آ گئی ہے کیونکہ ابھی فیک کال پہ پولیس FIR بھی دے رہی ہے, لیکن یہ جو شاطر پن ہے جو عوام کی طرف سے ایک مخصوص رویہ ہے کہ اپنے نقصان کو کمپنسیٹ کرنے کے لیے سم ٹائم کسی نے کسی کو ادھار دینا ہوتا ہے تو وہ کال کر دیتا ہے. جیسے کچھ ماہ قبل جو ہے یہ کنال روڈ پہ 1.5 کروڑ سے زیادہ کی جو ہے وہ واردات کی ایک فیک کال ہوئی, اور اس کو جب پولیس کا ٹائم, پولیس کے وسائل جو ہے وہ سارے کے سارے پولیس نے اس میں جھونک دیے, بیک ٹریک کیا گیا تو پتہ چلا کہ ایسی کوئی بات ہی نہیں ہے. سیم اسی طرح سے یہ جو فیبریکیٹڈ جو وارداتیں ہوتی ہیں ان کی روک تھام کا کیا سلسلہ کیا رہا, کیا ان کو ایسی قرار واقعی سزا ملے گی کہ دوبارہ کسی کو جرت نہ ہو اس طرح کی فیبریکیٹڈ ڈکیتی کی واردات کروانے کی؟ یہ آپ کی بات درست ہے. لوگوں کے ساتھ لڑائی ہوتی ہے تو لوگ فیک کال واردات کی کر دیتے ہیں. اسی طرح لوگ اپنا نقصان پورا کرنے کے لیے کہتے ہیں جی ہمارے ساتھ واردات ہوتی ہے. پلاننگ ان کی یہی ہوتی ہے. بعض لوگوں نے کسی کو قرضہ لیا ہوتا ہے, بعض لوگ کسی کو پیسے دینے ہوتے ہیں تو وہ کال کرتے ہیں ہمارے ساتھ جو واردات ہو گئی ہے. اس کا مقصد یہی ہوتا ہے ابھی جو ٹرینڈ ہمارے گورنمنٹ کی طرف چل رہا ہے کہ کال ہوتی ہے 154 یا FIR ہوتی ہے, ابھی تو رکاوٹ نہیں ہے, لیکن اس کا لوگ نجائز فائدہ بھی اٹھا رہے ہیں, اور یہ نقصان پولیس کا ورکنگ بڑھ رہا ہے اس میں. لیکن یہ جب پولیس کو پتہ چلتا ہے ایسی فیک کال کا, سب تو پہلے ان کے خلاف جھوٹے پرچے کی پولیس کی مدین میں FIR درج ہوتی ہے. لیکن اگر FIR ہو جائے بھی ہم دے دیتے ہیں, ہم وقوع کو ٹھیک بھی مان رہے ہیں, اگر بعد بھی تصدیق ہو جاتی ہے تو ہم ان کے خلاف کریں گے کارزار, یا ایسی نہیں کریں گے تو لوگ ڈسکرج نہیں ہوں گے, تو لوگ روز کا یہ ان کا ٹرینڈ بن جائے گا. اور انشاءاللہ تعالی اسی مقدمے میں ہم نے یہ ایک مثال ہے کہ ہم نے اسی مدعی کو چلان کرنا ہے اس مقدمے میں. یہ بھی ایک مثال ہے. FIR کا وہ مدعی بنا ہوا ہے, کالر بھی ہوئی ہے, مدعی بھی ہوئی ہے, اور ہم نے اس کو اریسٹ کیا ہے, باقاعدہ اریسٹ کر کے اس کو ابھی ریمانڈ لیا, ریمانڈ لے کے اس کا ریکوری ڈال کے اس کو چلان کرنا ہے. یہ بھی ایک مثال ہے. تو یہ ایسا نہیں ہونا چاہیے. اس سے پولیس کا ایک ٹائم بچتا ہے, پولیس کا ویسٹ ٹائم ہوتا ہے, ہمارے افسران پریشان ہوتے ہیں, ورکنگ ہوتی ہے. ہاں جائز ان کا وقوع ہے تو پولیس جانے کو الرٹ جانے کو تیار ہے, کارروائی کرنے کو تیار ہے, لیکن اگر آپ فیک وقوع بتائیں گے کارروائی تو ان کا ہونی چاہیے. بھائی فیصل آباد پولیس کے لیے آج کل سب سے بڑا چیلنج, اور آپ کہہ سکتے ہیں کہ فیصل آباد پولیس کی جو ریڈ لائن ہے وہ منشیات ہے. کھرڑے والا جو ایریا ہے تھانے کا, منشیات کے حوالے سے کیا آپ سمجھتے ہیں کہ کچھ بہتری آئی ہے, کچھ اس میں فرق پڑا ہے, یا ابھی بھی کچھ کام ہونا باقی ہے؟ ظاہر ہے یہ آپ نے جو اسٹارٹ پہ بتایا تھا, کھرڑے والا ایک لوگ باہر سے لوگ بہت آباد ہوئے ہیں, انڈسٹری ایریا ہے, اور یہ مقامی بہت لوگ کم ہیں. اور یہ جو لوگ باہر سے آباد ہوئے ہیں ان کا ایک تو کوئی DG خان کا ہے, کوئی جنوبی پنجاب کا ہے, تو ان کا وہ کرایہ داری سسٹم بہت زیادہ ہے. تو ہماری جو مین ہمارے ڈیلر تھے جو منشیات بیچ رہے ہیں, ہم نے دن رات ان کوشش کی ہے. ہمارا ایک پیچھے ایک 75 لوگ کا بڑا بدنام زمانہ منشیات فروش تھا,
ہمارا ایک ایس ایچ او صاحب بھی ادھر زخمی ہوئے تھے, وہ ثاقب اس کو ہم نے اریسٹ کیا ہے اور ان کو جیل بھجوایا. اس کے علاوہ جو ہمیں جب ملتا جا رہا ہے ہم زیرو ٹالرنس پہ کام کر رہے ہیں, کتنی کوشش کر رہے ہیں دن رات. ہمارا مین جو ایجنڈا ہے افسران آر پی صاحب اور سی پی او صاحب کا اور ہمارے سی ایم صاحب وہ ہمارا منشیات ہے زیرو. اس میں کسی قسم کی کوئی ہمارے اپروچ لینے کی ضرورت نہیں ہے, کوئی سیاسی دباؤ نہیں ہے, نہ ہمارے سیاسی ہمیں اس بارے کو فون کرتے ہیں. وہ ہمیں اپریشیٹ کرتے ہیں کہ یہ اچھا ہو رہا ہے کام ہمارے معاشرے کے لیے. اور اسی طرح ہمیں جو بندہ پکڑا جا رہا ہے چاہے اس جتنی نکل رہی ہے جو ہو رہا ہے ہم اس کے خلاف اس مطابق کارروائی کر رہے ہیں. اور باقی انشاءاللہ کوشش جاری ہے, جو ہمیں کوئی بندہ انفارمیشن بھی دیتا ہے ہم اسی پہ کارروائی بھی کرتے ہیں. اگر کسی کے پاس کوئی انفارمیشن ہے, اس کی جگہ کو بندہ سیل کرتا ہے بیچتا ہے تو وہ ہمیں بالکل بتلائے, بلا جھجک ہم اس کا نام اسی کا راز میں رکھیں گے اور ان کے خلاف بلا تفریق کارروائی انشاءاللہ کریں گے, کر رہے ہیں اور کریں گے, کرتے رہیں گے انشاءاللہ. بھائی آپ کا بہت شکریہ, آپ کے لیے آپ کی ٹیم کے لیے نیک تمنائیں ہیں. ناظرین کرام, ایس ایچ او تھانہ کھرڑیاں والا انسپیکٹر محمد ریاض اٹھوال ہمارے ساتھ موجود تھے اور بتا رہے تھے کہ کیسے ایک اغوا کے رچائے گئے ڈرامے کا ڈراپ سین ہوا. اور دوسرے نمبر پر انہوں نے بتایا کہ ایک فیبریکیٹڈ ڈکیتیوں کی سیریز تھی. لوگ جو پریشان تھے, لوگ جو جوئے میں پیسے ہار گئے تھے, اسے کمپنسیٹ کرنے کے لیے پولیس کو مس لیڈ کرنے کی کوشش کی گئی. لیکن پولیس نے جب شواہد اکٹھے کیے, جب اس پہ انٹروگیٹ کیا گیا تو پتہ چلا کہ یہ سارا معاملہ فیبریکیٹڈ تھا. اب انہی مدعیان کو ملزمان ٹھہرا دیا گیا ہے اور انہیں ان کے کیے کی پراپر سزا بھی دی جائے گی. ناظرین کرام, ٹیم مجرم کون تھانہ کھرڑیاں والا فیصل آباد میں موجود ہے اور بات ہو رہی ہے اس پراسرار کیس کی جس میں ایک 4 سالہ بچے کی زندگی داؤ پر لگائی گئی. لیکن یہ اغوا کا کیس ایک فیبریکیٹڈ تھا. ہمارے ساتھ سب انسپیکٹر احتشام عباس چیمہ موجود ہیں, انویسٹیگیشن آفیسر ہیں اور اس ٹیم کا حصہ رہے جنہوں نے بچے کو جھنگ سے جا کر بازیاب کروایا. تفصیلات جانتے ہیں احتشام بھائی سے. السلام علیکم احتشام بھائی, بہت شکریہ آپ کا. بتائیے گا کیا کیس تھا, رپورٹ کیسے ہوا اور پھر کیسے ایفرٹ کر کے آپ نے جھنگ سے یہ بچہ بازیاب کروایا؟ جی وعلیکم السلام. شعیب بھائی, یہ نا 15 پہ کال موصول ہوتی ہے کہ جوید نامی کال کرتا ہے کہ میرا بیٹا جو ہے 4-5 سال احمد نام کا, وہ اغوا ہو گیا ہے, تو کسی نے اس کو اغوا کر لیا. اس اطلاع پر ایس ایچ او صاحب, ڈی ایس پی صاحب, ایس پی صاحب موقع پر پہنچتے ہیں, میں ہمراہ ان کے پہنچتا ہوں موقع پہ. تو وہ اپنا پتہ چلتا ہے کہ بچہ جو ہے اغوا ہو گیا, یعنی کہ اس کے مطابق ایف آئی آر درج ہوتی ہے. اس کے بعد جو ٹیکنیکل وسائل ہیں وہ استعمال کیے جاتے ہیں, ہیومن ریسورس ہیں ان کا استعمال کیا جاتا ہے. اس کے بعد یہ بات پتہ چلتی ہے کہ جوید ہے, اس کی بیوی تھی سابقہ, اس کے ساتھ اس کے معاملات خراب ہوئے تو اس نے اس کی ڈگری ہو گئی, تو اس نے اپنا بیوی کو ملوث کرنے کے لیے اس میں اغوا کا جو ہے نا وہ جھوٹا مقدمہ درج کرایا. یہ جھوٹا من گھڑت اور فیبریکیٹڈ کیس تھا جو اس نے صرف اپنی بیوی کو بلیک میل کرنے کے لیے, تھریٹ کرنے کے لیے, کیس میں انوالو کرنے کے لیے اپنے لے پالک بچہ بھی اس کے میرے خیال میں بھائی کا. جی بچہ اس نے اپنا لے پالک لیا تھا اپنے بھائی سے, تو اس کو پا رہا تھا. اس کا مقصد یہ تھا کہ میں اپنی بیوی کو کانٹر کروں, جو مقدمہ یا وہ سول دیوانی دعوے چل رہے ہیں اس میں, یعنی کہ میں ملوث کروں. بعد میں ظاہر وہ اس کی کوشش تھی ملوث کرنے کی. تو اس کے جب معلوم ہوتا ہے کہ وہ پتہ چلتا ہے کہ شریف اس کا ایک دوست ہے, اس کے ساتھ وہ مل جاتا ہے, وہ بچے کو جو لے کے خود ساتھ لے کے, تو جنگ میں جو شریف ہے وہ اپنی بیوی کے پاس چھوڑ کے آ جاتا ہے. یہ تو صرف پھر نام کا شریف ہوا جو ایک کرمنل ایکٹ میں ساتھ دے گیا, تو یہ صرف برائے نام شریف تھا. جی یہ تو ظاہری بات ہے, وہ شریف نام تھا اس کا, لیکن کام اس نے شریفوں والے نہیں کیے. تو وہ پھر ہمیں جو اطلاع ملتی ہے تو ہم فوری طور پر جو اپنا وہاں پہ پہنچتے ہیں جنگ میں, تو بچے کو بازیاب کروا کے پھر اس کو جو حقیقی والدہ اس کا, یعنی کہ جس کی ایف آئی آر بھی اس کے یعنی کہ جوید کے بھائی کے مدیت میں درج ہوئی تھی, اس کے حوالے کیا جاتا ہے. تو یہ جب وقوع ہوتا ہے تو ظاہر ہے چھوٹا بچہ تھا, اس میں ہم نے بہت ایفرٹ کی. سی پی او صاحب صاحبزادہ بلال علوم صاحب جو ہیں ان کی واضح ہدایت تھیں کہ اس کو جلد از جلد جو ہے ریکور کروایا جائے. تو اس کے ان کی ہدایات کے مطابق جو ہے پھر ٹیم تشکیل دیتے ہیں. اس کے بعد یعنی کہ ایس پی صاحب ہیں, ان کی زیر نگرانی ڈی ایس پی صاحب, یعنی کہ اس کو ایفرٹ کر کے بچے کو اپنا تقریباً 24 گھنٹے کے اندر ریکور کیا. بہت بڑی بات ہے احتشام بھائی. اچھا یہ بتائیے گا کہ یہ جو شریف نامی شخص نے اپنی بیوی کو دے کے بچہ روانہ کیا, تو کیا شریف کا تعلق اسی علاقے سے ہے, بیوی اس کی ادھر سے تعلق رکھتی تھی, یا شریف رہنے والا بھی جھنگ کا ہی ہے؟ نہیں, شریف جو ہے نا وہ بیسیکلی اس کے گاؤں کا ہی ہے, 210 ریبے, یعنی کہ جوید کے گاؤں کا رہنے والا ہے. تو لیکن وہ اپنا ظاہر ہے اس کے ایک پلان اپنی بیوی کے میکے بھیج, جی میکے بھیج دیا بیوی کو ساتھ لے کر, یعنی کہ جو انہوں نے پری پلان سارا ہوا کیا ہے, مل کر کیا تھا اس نے.
اب اس کے خلاف جو ہے وہ کس طرح کی کارروائی ہے؟ کیا اسے اتنی سزا ملے گی کہ اس علاقے میں، اس ایریا میں، تھانہ کھڑیاں والا کی حدود میں لوگوں کو پتہ چل جائے کہ اگر پولیس کو مس گائیڈ کرنے کی کوشش کی جائے، اگر معصوم بچوں کو کسی جرم میں انوالو کرنے کی کوشش کی جائے تو اس کا انجام جو ہے وہ برا ہو؟ جی انشاءاللہ یہ ہم کیس جو ہے یہ پراپر تیار کیا ہے ہم نے، کیونکہ اس نے مقصد ہے کہ اتنا بڑا وقوع بنا کر جو ملوث کرنے کی کوشش کی، اس کو انشاءاللہ ضرور قرار کی سزا دلائی جائے گی۔ احتشام بھائی، اس میں اس بچے کی جب اس خاتون کو پتہ چلا کہ پولیس کو پتہ چل گیا ہے یا شریف کو پتہ چلا تو خدا نہ خواستہ اس بچے کی جان بھی جا سکتی تھی، وہ اس کو غائب بھی کر سکتے تھے کہ بجائے اس کے کہ ہم سے بچہ ریکور ہو، وہ خدا نہ خواستہ اس کے ساتھ کچھ بھی برا کر سکتے تھے۔ جی یہ بھی ہمیں خطرہ تھا کہ یہ بچے کے ساتھ کچھ طرح کا کام نہ کر دے، بچے کو نقصان نہ پہنچا دے، کیونکہ اس نے ایک فیل کر لیا، اس کے لیے وہ اپنے آپ کو بچانے کے لیے وہ کسی پر ڈالنے کے لیے دوسرا کو وہ بھی کر سکتا تھا، تو وہ الحمدللہ اللہ تعالیٰ نے کرم نوازی کی تو ہم نے اس کو بحفاظت جو ہے ریکور کروایا۔ جھوٹے فیبریکیٹڈ اور خود ساختہ کیسز کی بات ہو رہی ہے احتشام بھائی، تو یہیں پہ ہم نے ڈسکس کیا کہ کھڑیاں والا میں کچھ ڈکیتی کی ایسی وارداتیں بھی جو سامنے آئی ہیں جو جھوٹی تھیں، جو خود ساختہ تھیں، فیبریکیٹڈ تھیں، وہ پولیس کو، عوام کو، لوگوں کو گمراہ کرنے کے لیے جو ہے وہ ڈکیتی کی واردات رچائی گئی، بنیادی طور پر وہ ڈکیتی تھی نہیں۔ یہ کیا معاملہ ہے؟ یہ معاملہ اس طرح ہوا ہے کہ یہ عمران کھڑیاں والا کا رہائشی ہے، اس نے مدثر نامی شخص کے ساتھ مل کر ایک گیس کی دکان بنائی ہوئی تھی، مدثر پارٹنرشپ پہ تھا، تو اس نے گیم وغیرہ نا وہ آن لائن گیم کو کھیلتا تھا، جوئے میں وہ ہار گیا، اس نے 1,70,000 اس میں نہ ہار دیے، تو اس نے سوچا کہ اس طرح کا وقوع بنایا جائے، کیونکہ دکان پہ وہ خود موجود ہوتا تھا، اس طرح کا وقوع بنایا جائے کہ میں اس میں جو اپنے پیسے ہیں ہارے ہوئے ہیں وہ یہاں سے دکان سے ریکور کر لوں۔ تو اس طرح اپنے ساتھیوں ماجد ہے، تیمور ہے، ایک مجاہد تھا، اس نے ان کے ساتھ رابطہ کیا، اس نے کہا جی اس طرح کی واردات کرنی ہے، جب بجلی بند ہوگی تو آپ نے میری دکان پہ آ جانا ہے، جڑواڑہ روڈ پہ دکان تھی، تو واردات کر دینی تو کال چلا دیں گے۔ احتشام بھائی، بجلی بند میں کیا ٹیکنیکلٹی ہے؟ کیا ایسا ہے کہ اکثر لوگوں کے جو سی سی ٹی وی کیمراز ہیں ان کا بیک اپ نہیں ہوتا، یا پھر وہ صرف اندھیرے کا فائدہ اٹھانا چاہ رہے تھے؟ بجلی بند میں اس واردات کو انجام دینے کا بنیادی طور پر ان کا کیا مقصد ہو؟ اصل میں مقصد یہی تھا کہ جو کیمرے وغیرہ ہیں، کیونکہ ان کی شاپ پہ کیمرہ نہیں تھا، ساتھ جو دکان ہے ایک اس پہ کیمرہ تھا، ان کو یہی تھا کہ شاید بیک اپ نہ ہو، اس میں دکان ہے، اندھیرا بھی ہے، تو دھند کے بھی یعنی کہ موسم اس طرح کا تھا، تو ان کی کوشش تھی کہ کوئی دیکھ نہ لے، کوئی دیکھ لے گا، کوئی راہگیر دیکھ لے گا، پہچانے جائیں گے، اس ڈر سے انہوں نے کہا کہ بجلی بند ہوگی تو آپ آ جائیں، جو بھی واردات کر کے نکل جائیں تو بعد میں کال چلا دیں گے، اس طرح میرے سر واردات ہو گئی ہے۔ اس نے پھر 15 پہ باقاعدہ کال کی، پولیس پارٹی گئی اور پولیس کو ظاہری طور پہ یہی لگا کہ واقعی میں ڈکیتی ہو گئی ہوگی۔ جی جب ہم موقع پہ پہنچے ہیں تو ظاہر ہے انہوں نے جب ہمیں حالات واقعات بتائے، کیمرے موجود نہیں تھے، تو یہی لگا کہ اس طرح واردات ہو گئی ہے، کیونکہ اس پہ پھر مقدمہ درج ہوا۔ پھر ہم نے جو سورس استعمال کیے، سارے ڈیٹا وغیرہ، ٹیکنیکل جو وسائل ہیں سارے استعمال کیے، اس میں پھر بعد میں پتہ چلا کہ اس نے یہ ڈرامہ خود کیا ہے۔ اب انشاءاللہ اس میں وہ گرفتار ہے، خود بھی گرفتار ہے، ملزمان گرفتار ہیں، تو ان کو حوالہ جوڈیشل بھیجا جا چکا ہے۔ احتشام بھائی آپ کا شکریہ۔ ناظرین کرام، ٹیم مجرم کون بات کر رہی ہے آج جھوٹے، من گھڑت اور فیبریکیٹڈ کیسز کی، جو کھڑیاں والا پولیس نے 2 مختلف نوعیت کے بڑے کیسز کو نہ صرف ٹریس آؤٹ کیا بلکہ ملزمان کو گرفتار بھی کیا۔ پہلے کیس میں ایک ظالم شخص اپنی 4 سالہ بچے کو جو ہے وہ بلی کا بکرا بناتا ہے، اسے خود ساختہ اغوا کرواتا ہے صرف اس لیے کہ اسے اپنی سابقہ بیوی جس نے خلا کا دعویٰ دائر کر رکھا تھا اسے سزا دلوانی تھی، لیکن پولیس کی پیشہ ورانہ مہارت سے نہ صرف وہ ٹریس آؤٹ ہوا بلکہ تمام حقائق سامنے آئے اور بچہ بازیاب ہو گیا۔ دوسری صورت میں ایک دکاندار جو آن لائن جوئے میں 1,70,000 ہارتا ہے، وہ اپنے دوستوں کے ساتھ مل کے ایک من گھڑت ڈکیتی کا رنگ دینے کی کوشش کرتا ہے، پولیس کو کال کرتا ہے کہ میرے ساتھ ڈکیتی کی واردات ہو گئی ہے۔ 3 ملزمان تھے اور ناظرین کرام یہاں پہ ان ملزمان کی جو ہے وہ چالاکی یہ تھی کہ یہی 3 رکنی ڈکیت گینگ ایک خوف کی علامت بنا ہوا تھا جسے محض 1 دن پہلے 24 گھنٹے پہلے کھڑیاں والا پولیس کیپچر کر چکی تھی۔ شاید ان کے ذہن میں یہ نہیں تھا، انہوں نے یہ فیبریکیٹڈ واردات کی، پولیس نے تمام حقائق کو سامنے رکھا، شواہد اکٹھے کیے اور پھر کیس کی تہہ تک پہنچتے ہوئے تمام ملزمان کو گرفتار کر لیا۔ تو ملزم جتنا بھی چالاک اور شاطر کیوں نہ ہو، اپنے نشان کہیں نہ کہیں چھوڑ جاتا ہے اور پھر جب قانون نافذ کرنے والے ادارے
اس نشان کو, اس لیڈ کو فالو کرتے ہیں تو پھر آخرکار ملزم پابند سلاسل ہوتا ہے. ناظرین آج کا پروگرام آپ نے دیکھا اور جانا کہ اگر قانون کی آنکھوں میں دھول جھونکنے کی کوشش کی جائے تو ہو سکتا ہے کہ وقتی طور پر آپ تھوڑا سا فائدہ حاصل کر لیں, لیکن قانون جب اپنا راستہ بناتا ہے, قانون جب حرکت میں آتا ہے تو پھر شاطر سے شاطر ملزم بھی قانون سے بچ نہیں سکتا. شعیب الطاف کو ٹیم مجرم کون کے ساتھ دیجیے اجازت. اللہ حافظ.